ਡੀਅਰ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸਿਹਤਯਾਬ ਹੋਵੋਗੇ। ਅੱਜ ਦਾ ਆਪਣਾ ਟੌਪਿਕ ਹੈ ਵਾਰਮਿੰਗ ਅਪ। ਵਾਰਮਿੰਗ ਅਪ ਕੀ ਹੈ? ਵਾਟ ਇਜ਼ ਵਾਰਮਿੰਗ ਅਪ? ਖੇਡਾਂ ਦੇ ਖੇਤਰ ਵਿੱਚ ਸਰੀਰ ਨੂੰ ਗਰਮਾਉਣਾ ਇੱਕ ਮਹੱਤਵਪੂਰਨ ਕਿਰਿਆ ਹੈ। ਖੇਡ ਮੁਕਾਬਲੇ ਜਾਂ ਖੇਡ ਅਭਿਆਸ ਤੋਂ ਪਹਿਲਾਂ ਜੋ ਹਲਕੀਆਂ ਕਸਰਤਾਂ ਰਾਹੀਂ ਸਰੀਰ ਨੂੰ ਗਰਮਾਇਆ ਜਾਂਦਾ ਹੈ। ਗਰਮਾਉਣ ਦੇ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਦਿਮਾਗ ਨੂੰ ਮੁਕਾਬਲੇ ਦੇ ਲਈ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਅਸੀਂ ਵਾਰਮਿੰਗ ਅਪ ਕਹਿੰਦੇ ਹਾਂ। ਅੱਗੇ ਹੈ ਜੀ ਟਾਈਪਸ ਆਫ ਵਾਰਮਿੰਗ ਅਪ। ਵਾਰਮਿੰਗ ਅਪ ਦੀਆਂ ਕਿੰਨੀਆਂ ਕਿਸਮਾਂ ਨੇ? ਵਾਰਮਿੰਗ ਅਪ ਦੋ ਪ੍ਰਕਾਰ ਦੀ ਹੁੰਦੀ ਹੈ, ਸਾਈਕੋਲੋਜੀਕਲ ਵਾਰਮਿੰਗ ਅਪ ਅਤੇ ਫਿਜ਼ੀਕਲੀ ਵਾਰਮਿੰਗ ਅਪ। ਫਸਟ ਅਸੀਂ ਕਰਦੇ ਹਾਂ ਸਾਈਕੋਲੋਜੀਕਲ ਵਾਰਮਿੰਗ ਅਪ, ਮਨੋਵਿਗਿਆਨਿਕ ਗਰਮਾਉਣਾ ਜਿਸ ਨੂੰ ਅਸੀਂ ਕਹਿੰਦੇ ਹਾਂ। ਮਨੋਵਿਗਿਆਨਿਕ ਗਰਮਾਉਣ ਤੋਂ ਭਾਵ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਖੇਡ ਪ੍ਰਤੀਯੋਗਤਾ ਦੇ ਲਈ ਤਿਆਰ ਕਰਨਾ ਹੁੰਦਾ ਹੈ। ਇਹ ਕਿਰਿਆ ਖੇਡ ਪ੍ਰਤੀਯੋਗਤਾ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਅਤੇ ਪ੍ਰਤੀਯੋਗਤਾ ਵਿੱਚ ਭਾਗ ਲੈਣ ਤੱਕ ਚੱਲਦੀ ਰਹਿੰਦੀ ਹੈ। ਮਤਲਬ ਅਸੀਂ ਕੰਪੀਟੀਸ਼ਨ ਤੋਂ ਪਹਿਲਾਂ ਜਿਹੜੀ ਇਹ ਵਾਰਮਿੰਗ ਅਪ ਸਟਾਰਟ ਕਰਦੇ ਹਾਂ। ਇਸ ਵਿੱਚ ਕੋਚ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਖਿਡਾਰੀ ਨੂੰ ਮੁਕਾਬਲੇ ਦੇ ਲਈ ਚੰਗੇ ਪ੍ਰਦਰਸ਼ਨ ਦੇ ਲਈ ਤਿਆਰ ਕੀਤਾ ਜਾਂਦਾ ਹੈ। ਖੇਡ ਮਨੋਵਿਗਿਆਨ ਦੇ ਵਿੱਚ ਗਰਮਾਉਣ ਕਈ ਤਰ੍ਹਾਂ ਦਾ ਹੁੰਦਾ ਹੈ। ਮਨੋਵਿਗਿਆਨਿਕ ਗਰਮਾਉਣਾ, ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਖਿਡਾਰੀ ਨੂੰ ਪ੍ਰੇਰਿਤ ਕਰਨਾ, ਵਿਰੋਧੀ ਖਿਡਾਰੀ ਦੀਆਂ ਕਮੀਆਂ ਬਾਰੇ ਜਾਣਕਾਰੀ ਦੇਣਾ, ਪਿਛਲੀਆਂ ਜਿੱਤਾਂ ਦਾ ਰਿਕਾਰਡ ਕੋਚ ਵੱਲੋਂ ਦੱਸਿਆ ਜਾਂਦਾ ਹੈ, ਖਿਡਾਰੀ ਨੂੰ ਮੋਟੀਵੇਟ ਕੀਤਾ ਜਾਂਦਾ, ਉਤਸ਼ਾਹਿਤ ਕੀਤਾ ਜਾਂਦਾ ਹੈ। ਸੈਕਿੰਡ ਹੈ ਫਿਜ਼ੀਕਲ ਵਾਰਮਿੰਗ ਅਪ। ਫਿਜ਼ੀਕਲ ਵਾਰਮਿੰਗ ਅਪ ਮਤਲਬ ਸਰੀਰਕ ਗਰਮਾਉਣਾ। ਮਨੋਵਿਗਿਆਨਿਕ ਗਰਮਾਉਣ ਤੋਂ ਭਾਵ ਸਰੀਰਕ ਕਸਰਤਾਂ ਦੇ ਨਾਲ ਸਰੀਰ ਨੂੰ ਗਰਮਾਇਆ ਜਾਂਦਾ ਹੈ। ਹਲਕੀਆਂ ਕਸਰਤਾਂ ਰਾਹੀਂ ਸਰੀਰ ਦੇ ਤਾਪਮਾਨ ਵਿੱਚ ਵਾਧਾ ਕੀਤਾ ਜਾਂਦਾ ਹੈ। ਸਰੀਰਕ ਗਰਮਾਉਣ ਨਾਲ ਜਿਹੜਾ ਲਹੂ ਗੇੜਾ ਤੇਜ਼ ਹੋ ਜਾਂਦਾ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਸਪਲਾਈ ਦੇ ਵਿੱਚ ਵਾਧਾ ਹੁੰਦਾ ਹੈ। ਸਰੀਰ ਨੂੰ ਗਰਮਾਉਣ ਦੇ ਕਿਰਿਆ ਦੀਆਂ ਅੱਗੋਂ ਦੋ ਤਰੀਕਿਆਂ ਨਾਲ ਗਰਮਾਇਆ ਜਾਂਦਾ ਹੈ, ਐਕਟਿਵ ਵਾਰਮਿੰਗ ਅਪ ਅਤੇ ਪੈਸਿਵ ਵਾਰਮਿੰਗ ਅਪ। ਐਕਟਿਵ ਵਾਰਮਿੰਗ ਅਪ ਕਿਰਿਆਸ਼ੀਲ ਗਰਮਾਉਣਾ। ਇਸ ਵਿੱਚ ਖਿਡਾਰੀ ਕਸਰਤਾਂ ਨਾਲ ਮਾਸਪੇਸ਼ੀਆਂ ਅਤੇ ਸਰੀਰਕ ਕਾਰਜ ਪ੍ਰਣਾਲੀਆਂ ਨੂੰ ਖੇਡਣ ਦੇ ਲਈ ਤਿਆਰ ਕਰਦਾ ਹੈ। ਇਸ ਵਿੱਚ ਖਿਡਾਰੀ ਵੱਖ-ਵੱਖ ਕਿਰਿਆਵਾਂ ਕਰਦਾ ਹੋਇਆ ਸਰੀਰ ਨੂੰ ਗਰਮ ਕਰਦਾ ਹੈ। ਇਹ ਜਿਹੜੀ ਐਕਟਿਵ ਵਾਰਮਿੰਗ ਅਪ ਆ ਅੱਗੋਂ ਦੋ ਪ੍ਰਕਾਰ ਦੀ ਹੁੰਦੀ ਹੈ, ਜਨਰਲ ਵਾਰਮਿੰਗ ਅਪ ਅਤੇ ਸਪੈਸੀਫਿਕ ਵਾਰਮਿੰਗ ਅਪ। ਹੁਣ ਅਸੀਂ ਕਰਦੇ ਹਾਂ ਜਨਰਲ ਵਾਰਮਿੰਗ ਅਪ। ਆਮ ਗਰਮਾਉਣ ਵਿੱਚ ਜਿਹੜੀਆਂ ਹਲਕੀਆਂ ਕਸਰਤਾਂ ਜਿਵੇਂ ਜੰਪਿੰਗ, ਬਾਹਾਂ ਦੀਆਂ ਕਸਰਤਾਂ, ਲੱਤਾਂ ਦੀਆਂ ਕਸਰਤਾਂ, ਲੱਕ ਦੀਆਂ ਕਸਰਤਾਂ, ਇਸ ਤਰ੍ਹਾਂ ਦੀਆਂ ਜਿਹੜੀਆਂ ਕਸਰਤਾਂ ਜਨਰਲ ਵਾਰਮਿੰਗ ਦੇ ਅਪ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਇਸ ਵਿੱਚ ਪੂਰੇ ਸਰੀਰ ਨੂੰ ਇੱਕ ਸਾਰਾ ਜਿਹੜਾ ਗਰਮਾਇਆ ਜਾਂਦਾ ਹੈ। ਨੈਕਸਟ ਹੈ ਸਪੈਸੀਫਿਕ ਵਾਰਮਿੰਗ ਅਪ। ਸਪੈਸੀਫਿਕ ਵਾਰਮਿੰਗ ਅਪ ਹੈ, ਉਹਦੇ ਵਿੱਚ ਕੀ ਹੁੰਦਾ ਹੈ ਕਿ ਕਿਸੇ ਸਪੈਸੀਫਿਕ ਔਰਗਨਸ ਦੀ ਜਿਹੜੀ ਐਕਸਰਸਾਈਜ਼ ਆ ਕਰਨੀ। ਜਿਵੇਂ ਅਸੀਂ ਕਿਸੇ ਗੇਮ ਦੇ ਲਈ ਸਪੈਸੀਫਿਕ ਵਾਰਮਿੰਗ ਅਪ ਕਰਦੇ ਹਾਂ। ਮੰਨ ਲਓ ਫੁੱਟਬਾਲ ਦੀ ਗੇਮ ਹੈ ਅਤੇ ਅਸੀਂ ਉਹਦੇ ਵਿੱਚ ਆਪਣੀਆਂ ਲੈਗਸ ਦੀ, ਫੁੱਟ ਦੀ ਜ਼ਿਆਦਾ ਐਕਸਰਸਾਈਜ਼ ਕਰਾਂਗੇ। ਵਾਲੀਬਾਲ ਆ, ਉਹਦੇ ਵਿੱਚ ਆਰਮਸ ਦੀਆਂ, ਨੈਕ ਦੀਆਂ ਜ਼ਿਆਦਾ ਐਕਸਰਸਾਈਜ਼ ਕਰਾਂਗੇ। ਖਾਸ ਗਰਮਾਉਣ ਦੀ ਕਿਰਿਆ ਵਿੱਚ ਸਿਰਫ ਉਹਨਾਂ ਸਰੀਰਕ ਅੰਗਾਂ ਨੂੰ ਗਰਮਾਉਣ ਵਿੱਚ ਜ਼ੋਰ ਦਿੱਤਾ ਜਾਂਦਾ ਹੈ ਜਿਨ੍ਹਾਂ ਅੰਗਾਂ ਦਾ ਖੇਡ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਨੈਕਸਟ ਹੈ ਪੈਸਿਵ ਵਾਰਮਿੰਗ ਅਪ। ਕਿਰਿਆਸ਼ੀਲ ਗਰਮਾਉਣ ਤੋਂ ਭਾਵ ਬਿਨਾਂ ਕੋਈ ਕਸਰਤ ਕਰਕੇ ਸਰੀਰ ਨੂੰ ਗਰਮ ਕਰਨਾ। ਇਸ ਤਰ੍ਹਾਂ ਦੇ ਗਰਮਾਉਣ ਦੀ ਵਰਤੋਂ ਤਾਕਤ ਵਾਲੀਆਂ ਖੇਡਾਂ ਜਿਵੇਂ ਭਾਰ ਚੁੱਕਣਾ, ਜੂਡੋ ਹੋ ਗਿਆ, ਕਬੱਡੀ ਹੋ ਗਿਆ, ਕੁਸ਼ਤੀ ਹੋ ਗਿਆ ਆਦਿ ਵਿੱਚ ਕੀਤੀ ਜਾਂਦੀ ਹੈ। ਖੇਡਾਂ ਦੇ ਖਿਡਾਰੀਆਂ ਵੱਲੋਂ ਜ਼ਿਆਦਾ ਕੀਤਾ ਜਾਂਦਾ ਹੈ ਇਸ ਢੰਗ ਦੇ ਨਾਲ ਜਿਹੜੀ ਵਰਤੋਂ ਕਰਨ ਨਾਲ ਖਿਡਾਰੀਆਂ ਦਾ ਮੰਨਣਾ ਹੈ ਕਿ ਕਸਰਤਾਂ ਕਰਕੇ ਸਰੀਰ ਨੂੰ ਗਰਮਾਉਣ ਨਾਲ ਸਰੀਰ ਦੀ ਤਾਕਤ ਘੱਟ ਜਾਂਦੀ ਹੈ ਅਤੇ ਪ੍ਰਤੀਯੋਗਤਾ ਦੌਰਾਨ ਜਿਹੜਾ ਪ੍ਰਦਰਸ਼ਨ ਆ ਉਹ ਪ੍ਰਭਾਵਿਤ ਹੁੰਦਾ ਹੈ। ਅਕਿਰਿਆਸ਼ੀਲ ਗਰਮਾਉਣ ਦੇ ਲਈ ਖਿਡਾਰੀ ਵੱਲੋਂ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਧੁੱਪ ਵਿੱਚ ਬੈਠ ਕੇ, ਗਰਮ ਚਾਹ ਪੀ ਕੇ, ਗਰਮ ਕੌਫੀ ਪੀ ਕੇ, ਮਾਲਿਸ਼ ਕਰਕੇ ਜਾਂ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਕੇ ਅਸੀਂ ਵਾਰਮ ਅਪ ਹੋ ਸਕਦੇ ਹਾਂ। ਨੈਕਸਟ ਹੈ ਜੀ ਪ੍ਰਿੰਸੀਪਲਸ ਆਫ ਵਾਰਮਿੰਗ ਅਪ। ਸਰੀਰ ਨੂੰ ਗਰਮਾਉਣ ਦੇ ਸਿਧਾਂਤ ਕਿਹੜੇ ਨੇ? ਕਿਸ ਤਰ੍ਹਾਂ ਅਸੀਂ ਸਰੀਰ ਨੂੰ ਗਰਮਾ ਸਕਦੇ ਹਾਂ? ਫਸਟ ਹੈ ਵਾਰਮਿੰਗ ਅਪ ਅਕੋਰਡਿੰਗ ਟੂ ਇੰਟੈਂਸਿਟੀ ਆਫ ਕੰਪੀਟੀਸ਼ਨ।
मतलब मुकाबले की तीव्रता के अनुसार गरमाउणा। साडा कंपीटीशन कदों है उस दे मुताबिक असीं शरीर नूं गरमाउने हाँ। ਵੱਖ-ਵੱਖ ਖੇਡਾਂ ਜਿਹੜੀਆਂ ਉਹ ਪ੍ਰਤੀਯੋਗਤਾਵਾਂ ਦੀ ਤੀਬਰਤਾ ਵਿੱਚ ਅੰਤਰ ਹੁੰਦਾ ਹੈ। ਖਿਡਾਰੀ ਨੂੰ ਆਪਣੀ ਖੇਡ ਦੇ ਸਮੇਂ ਅਤੇ ਤੀਬਰਤਾ ਦੇ ਅਨੁਸਾਰ ਆ ਜਿਹੜਾ ਉਹ ਜ਼ੋਰ ਲਾਉਣਾ ਪੈਂਦਾ ਹੈ। ਇਸ ਲਈ ਵੱਖ-ਵੱਖ ਖੇਡਾਂ ਲਈ ਗਰਮਾਉਣ ਦੀ ਪ੍ਰਕਿਰਿਆ ਵਿੱਚ ਵੀ ਫਰਕ ਹੁੰਦਾ ਹੈ। ਨੈਕਸਟ ਹੈ ਵਾਰਮਿੰਗ ਅਪ ਅਕੋਰਡਿੰਗ ਟੂ ਹੈਲਥ, ਏਜ ਐਂਡ ਸੈਕਸ, ਕਿ ਸਿਹਤ, ਉਮਰ ਅਤੇ ਲਿੰਗ ਦੇ ਅਨੁਸਾਰ ਗਰਮਾਉਣਾ। ਕਿਸੇ ਵੀ ਟੀਮ ਵਿੱਚ ਖੇਡਣ ਵੱਲੋਂ ਜਿਹੜੇ ਦੋ ਖਿਡਾਰੀਆਂ ਦੀ ਸਮਰੱਥਾ ਦਾ ਪੱਧਰ ਬਰਾਬਰ ਨਹੀਂ ਹੋ ਸਕਦਾ। ਸਰੀਰਕ ਤੌਰ 'ਤੇ ਤਾਕਤਵਰ ਅਤੇ ਕਮਜ਼ੋਰ ਆ ਜਿਹੜੇ ਖਿਡਾਰੀ ਦੇ ਗਰਮਾਉਣ ਵਿੱਚ ਅੰਤਰ ਹੋਣਾ ਚਾਹੀਦਾ ਹੈ। ਇੱਕ ਨਵੇਂ ਖਿਡਾਰੀ ਨੂੰ ਕਿਸੇ ਅਨੁਭਵੀ ਖਿਡਾਰੀ ਦੇ ਬਰਾਬਰ ਕਸਰਤਾਂ ਨਹੀਂ ਕਰਵਾਈਆਂ ਜਾ ਸਕਦੀਆਂ। ਮੁੰਡਿਆਂ ਦਾ ਸਰੀਰ ਹੈ ਜੋ ਕੁੜੀਆਂ ਦੇ ਨਾਲੋਂ ਵੱਧ ਭਾਰ ਸਹਿਣਯੋਗ ਹੁੰਦਾ ਹੈ। ਇਸ ਲਈ ਮੁੰਡਿਆਂ ਅਤੇ ਕੁੜੀਆਂ ਦੀਆਂ ਗਰਮਾਉਣ ਦੀਆਂ ਜਿਹੜੀਆਂ ਕਿਰਿਆਵਾਂ ਉਹ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਨੈਕਸਟ ਹੈ ਜੀ ਪ੍ਰਿੰਸੀਪਲ ਆਫ ਸਿੰਪਲ ਆਫ ਕੰਪਲੈਕਸ, ਸੌਖੇ ਤੋਂ ਔਖੇ ਵੱਲ ਦਾ ਸਿਧਾਂਤ, ਕਿ ਪਹਿਲਾਂ ਸੌਖੀਆਂ ਐਕਸਰਸਾਈਜ਼ ਕਰਾਉਣਾ, ਉਸ ਤੋਂ ਬਾਅਦ ਔਖੇ ਵੱਲ ਜਾਣਾ। ਗਰਮਾਉਣ ਦੀ ਕਿਰਿਆ ਜਿਹੜੀਆਂ ਹਲਕੀਆਂ ਕਿਰਿਆਵਾਂ ਅਤੇ ਸੌਖੀਆਂ ਕਸਰਤਾਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਜਿਵੇਂ ਜਿਵੇਂ ਸਰੀਰ ਦਾ ਜੋ ਤਾਪਮਾਨ ਆ ਵੱਧਦਾ ਜਾਂਦਾ ਹੈ, ਉਵੇਂ ਉਵੇਂ ਖਿਡਾਰੀ ਨੂੰ ਜਿਹੜੀਆਂ ਕਸਰਤਾਂ ਹੈ ਉਹਨਾਂ ਦੇ ਭਾਰ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਜੇਕਰ ਖਿਡਾਰੀ ਸ਼ੁਰੂ ਵਿੱਚ ਹੀ ਸਖਤ ਕਸਰਤਾਂ ਕਰੇਗਾ ਤਾਂ ਉਸ ਦੀਆਂ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਦੇ ਵਿੱਚ ਖਿਚਾਅ ਆ ਸਕਦਾ ਹੈ। ਨੈਕਸਟ ਹੈ ਵਾਰਮਿੰਗ ਅਪ ਐਟ ਪ੍ਰੋਪਰ ਟਾਈਮ, ਸਹੀ ਸਮੇਂ ਗਰਮਾਉਣਾ। ਗਰਮਾਉਣ ਦਾ ਪੂਰਾ ਲਾਭ ਲੈਣ ਦੇ ਲਈ ਖਿਡਾਰੀ ਨੂੰ ਠੀਕ ਸਮੇਂ 'ਤੇ ਆਪਣੇ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ। ਖੇਡ ਪ੍ਰਤੀਯੋਗਤਾ ਸ਼ੁਰੂ ਹੋਣ ਤੋਂ 20 ਤੋਂ 40 ਮਿੰਟ ਪਹਿਲਾਂ ਉਸ ਨੂੰ ਸਰੀਰ ਨੂੰ ਗਰਮਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਸਰੀਰ ਨੂੰ ਠੀਕ ਢੰਗ ਦੇ ਨਾਲ ਗਰਮ ਕਰ ਸਕੇ। ਫਿਰ ਹੈ ਜੀ ਐਕਸਰਸਾਈਜ਼ ਟੂ ਆਲ ਬੋਡੀ ਪਾਰਟਸ, ਸਰੀਰ ਦੇ ਸਾਰੇ ਅੰਗਾਂ ਦੀਆਂ ਕਸਰਤਾਂ। ਖਿਡਾਰੀ ਨੂੰ ਸਰੀਰ ਦੇ ਹਰੇਕ ਅੰਗ ਦੇ ਨਾਲ ਸੰਬੰਧਿਤ ਕਸਰਤਾਂ ਕਰਨੀਆਂ ਚਾਹੀਦੀਆਂ ਹਨ। ਕਈ ਖੇਡਾਂ ਵਿੱਚ ਕੁਝ ਖਾਸ ਸਰੀਰਕ ਅੰਗਾਂ ਦੀ ਵੱਧ ਵਰਤੋਂ ਹੁੰਦੀ ਹੈ, ਪਰ ਖਿਡਾਰੀ ਨੂੰ ਉਹਨਾਂ ਵਿਸ਼ੇਸ਼ ਅੰਗਾਂ ਨੂੰ ਗਰਮਾਉਣ ਤੋਂ ਪਹਿਲਾਂ ਖਿਡਾਰੀ ਨੂੰ ਸਾਰੇ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ। ਨੈਕਸਟ ਹੈ ਵਾਰਮਿੰਗ ਅਪ ਅਕੋਰਡਿੰਗ ਟੂ ਕਲਾਈਮੇਟ, ਮੌਸਮ ਦੇ ਅਨੁਸਾਰ ਗਰਮਾਉਣਾ। ਗਰਮਾਉਣ ਦੀ ਜੋ ਕਿਰਿਆ ਹੈ ਉਸ ਉੱਤੇ ਮੌਸਮ ਦਾ ਬਹੁਤ ਪ੍ਰਭਾਵ ਪੈਂਦਾ ਹੈ। ਗਰਮੀਆਂ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਸਰੀਰ ਨੂੰ ਗਰਮ ਕੀਤਾ ਜਾਂਦਾ ਹੈ, ਜਦ ਕਿ ਸਰਦੀਆਂ ਵਿੱਚ ਸਰੀਰ ਨੂੰ ਗਰਮ ਕਰਨ ਦੇ ਲਈ ਜ਼ਿਆਦਾ ਸਮਾਂ ਲੱਗਦਾ ਹੈ। ਖਿਡਾਰੀ ਨੂੰ ਪ੍ਰਤੀਯੋਗਤਾ ਵਾਲੀ ਥਾਂ 'ਤੇ ਮੌਸਮ ਦੇ ਅਨੁਸਾਰ ਗਰਮਾਉਣ ਦੀ ਕਿਰਿਆ ਦੇ ਵਿੱਚ ਜੋ ਬਦਲਾਵ ਕਰ ਲੈਣਾ ਚਾਹੀਦਾ ਹੈ। ਇਹ ਸੀ ਜੀ ਸਾਡੇ ਪ੍ਰਿੰਸੀਪਲਸ ਆਫ ਵਾਰਮਿੰਗ ਅਪ, ਗਰਮਾਉਣ ਦੇ ਸਿਧਾਂਤ। ਨੈਕਸਟ ਜਿਹੜਾ ਟੌਪਿਕ ਹੈ ਉਹ ਅਸੀਂ ਕਰਾਂਗੇ ਕੂਲਿੰਗ ਡਾਊਨ। ਥੈਂਕਸ।